TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੀਆਂ ਖਬਰਾਂ ਪਹਿਲਾਂ ਜਿਨ੍ਹਾਂ ਤੇ ਵਿਚਾਰ ਚਰਚਾ ਕਰਾਂਗੇ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂ। ਟਰੰਪ ਦੇ ਇੱਕ ਸਾਬਕਾ ਬਾਡੀਗਾਰਡ ਨੇ ਕੀਤੇ ਕੁਝ ਨਵੇਂ ਖੁਲਾਸੇ। ਰਾਫੇਲ ਸੌਦੇ ਵਿੱਚ 10 ਲੱਖ ਯੂਰੋ ਤੋਂ ਵੱਧ ਰਕਮ ਦਲਾਲਾਂ ਨੂੰ ਦਿੱਤੀ ਇੱਕ ਰਿਪੋਰਟ ਦਾ ਖੁਲਾਸਾ। ਕੈਪਟਨ ਨੇ ਮੋਦੀ ਸਰਕਾਰ ਤੇ ਲਾਏ ਗੰਭੀਰ ਦੋਸ਼। ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ਵਿੱਚ ਅੱਜ 5 ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ। ਲਾਵਾਰਸ ਹਾਲਤ ਵਿੱਚ ਐਂਬੂਲੈਂਸ ਮਿਲਣ ਤੋਂ ਬਾਅਦ ਯੂਪੀ ਦੀ ਸਿੱਟ ਰੂਪਨਗਰ ਪੁੱਜੀ। ਕਰੋਨਾ ਨੂੰ ਹਰਾਉਣ ਤੋਂ ਬਾਅਦ ਕਿਸਾਨ ਆਗੂ ਉਗਰਾਹਾਂ ਦਿੱਲੀ ਮੋਰਚੇ ਤੇ ਫਿਰ ਪਹੁੰਚੇ। ਆੜ੍ਹਤੀਆਂ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਲਲਕਾਰਿਆ। ਟਕੈਤ ਨੇ ਗੁਜਰਾਤ ਵਿੱਚ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਧਮਕੀ। ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ, 2 ਦੀ ਹਾਲਤ ਗੰਭੀਰ। ਅਤੇ ਕਿਸਾਨੀ ਸੰਘਰਸ਼ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ, ਇਹ ਕੁਝ ਖਬਰਾਂ ਹੋਣਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੌਰਾਨ ਆਪਾਂ ਗੱਲਬਾਤ ਕਰਨੀ ਹੈ। ਇਸ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਨੂੰ ਵਿਸਥਾਰ ਸਹਿਤ ਤੁਹਾਡੇ ਰੂਬਰੂ ਕਰਾਂ, ਉਹਨਾਂ ਉੱਤੇ ਟਿੱਪਣੀਆਂ ਕੀਤੀਆਂ ਜਾਣ, ਤੁਹਾਨੂੰ ਸਭਨਾਂ ਨੂੰ ਅਪੀਲ ਹੈ, ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਖਬਰਾਂ ਵਾਲੇ ਪਾਸੇ ਨੂੰ ਵਧੀਏ। ਰਾਸ਼ਟਰਪਤੀ ਟਰੰਪ ਹੁਣ ਸਾਬਕਾ ਰਾਸ਼ਟਰਪਤੀ ਹੋ ਚੁੱਕੇ ਹੈ। ਉਹ ਸਿਰਫ ਇਕੱਲੇ ਰਾਸ਼ਟਰਪਤੀ ਨਹੀਂ ਸੀ ਬਣੇ, ਉਹਨਾਂ ਦੀ ਸੂਚੀ ਜਿਹੜੀ ਅਮੀਰਾਂ ਦੀ ਸੂਚੀ ਆ, ਉਹਨਾਂ ਦਾ ਨਾਮ ਉਸ ਸੂਚੀ ਵਿੱਚ ਵੀ ਸ਼ੁਮਾਰ, ਭਾਵ ਅਮੀਰਾਂ ਦੇ ਅਮੀਰ ਵੀ ਸੀ। ਤੇ ਨਾਲ ਉੱਪਰ ਦੀ ਦੁਨੀਆ ਦੇ ਧਾਕੜ ਮੁਲਕ, ਦੁਨੀਆ ਦੇ ਤਾਕਤਵਰ ਮੁਲਕ ਅਮਰੀਕਾ ਦੇ ਉਹ ਰਾਸ਼ਟਰਪਤੀ ਵੀ ਬਣੇ। ਆਪਣੇ ਆਪ ਦੇ ਵਿੱਚ ਇੱਕ ਅਮੀਰ ਵਿਅਕਤੀ ਰਾਸ਼ਟਰਪਤੀ ਵੀ ਬਣਿਆ। ਪਰ ਆਹ ਜਿਹੜੀ ਖਬਰ ਹੈ, ਇਹ ਤੁਹਾਨੂੰ ਲੱਗੇਗਾ ਕਿ ਖਬਰ ਦੇ ਵਿੱਚ ਚਰਚਾ ਫਿਰ ਕਿਉਂ ਟਰੰਪ ਦੀ ਹੋਣ ਲੱਗ ਪਈ। ਟਰੰਪ ਭਾਵੇਂ ਰਾਸ਼ਟਰਪਤੀ ਸਨ ਜਾਂ ਹੁਣ ਨਹੀਂ, ਚਰਚਾ ਉਹਨਾਂ ਦੇ ਆਲੇ ਦੁਆਲੇ ਰਹਿੰਦੀ ਹੈ। ਅਸਲ ਦੇ ਵਿੱਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਦਾ ਇੱਕ ਸਿਕਿਉਰਿਟੀ ਗਾਰਡ ਹੁੰਦਾ ਸੀ, ਜਾਂ ਉਹਨਾਂ ਦਾ ਇੱਕ ਬਾਡੀਗਾਰਡ ਕਹਿ ਦਈਏ। ਉਹਨੇ ਕੁਝ ਨਵੇਂ ਖੁਲਾਸੇ ਕੀਤੇ ਨੇ ਤੇ ਉਸ ਵਿਅਕਤੀ ਦਾ ਨਾਮ ਹੈ ਕੇਵਨ ਮਕੈਕੇ। ਕੇਵਨ ਨੇ, ਇੱਕ ਬਾਡੀਗਾਰਡ ਨੇ, ਇੱਕ ਅਹਿਮ ਖੁਲਾਸਾ ਕੀਤਾ ਕਿ ਜਦੋਂ ਸਾਲ 2008 ਵਿੱਚ ਸਕਾਟਲੈਂਡ ਦੇ ਇੱਕ ਗੋਲਫ ਕੋਰਸ ਤੇ ਅਸੀਂ ਗਏ, ਉੱਥੇ ਆਉਣ ਜਾਣ ਤੋਂ ਬਾਅਦ ਜਦੋਂ ਅਸੀਂ ਵਾਪਸ ਪਰਤ ਰਹੇ ਸੀ ਤਾਂ ਟਰੰਪ ਕਹਿੰਦਾ ਮੈਂ ਮੈਕਡੋਨਲਡ ਤੇ ਜਾਣਾ ਹੈ। ਪਰ ਜਦੋਂ ਕਹਿੰਦਾ ਅਸੀਂ ਮੈਕਡੋਨਲਡ ਤੇ ਚਲੇ ਗਏ ਤਾਂ ਉਹਨਾਂ ਕੋਲ UK ਦੀ ਉਸ ਵਕਤ ਕਰੰਸੀ ਕੋਈ ਨਾ ਨਿਕਲੀ ਜੇਬ ਚੋਂ। ਕਹਿੰਦੇ ਜਿਸ ਦੇ ਕਰਕੇ ਸਾਬਕਾ ਰਾਸ਼ਟਰਪਤੀ ਟਰੰਪ ਸਮੇਤ ਉਹਨਾਂ ਦੇ ਜਿੰਨੇ ਵੀ ਸਾਥੀ ਸੀ, ਉਹਨਾਂ ਨੇ ਜਿਹੜਾ ਵੀ ਆਰਡਰ ਦਿੱਤਾ ਉਹਦਾ ਖਰਚ ਮੈਨੂੰ ਝੱਲਣਾ ਪਿਆ। ਟਰੰਪ ਨੇ ਕਹਿੰਦੇ ਮੇਰੇ ਤੋਂ ਉਧਾਰ ਪੈਸੇ ਲੈ ਲਏ। ਉਸ ਵਕਤ ਕਹਿੰਦੇ ਮੇਰੇ $130 ਲੱਗ ਗਏ। ਹੁਣ 50 ਸਾਲਾਂ ਦਾ ਇਹ ਵਿਅਕਤੀ ਹੋ ਚੁੱਕਿਆ ਹੈ। ਦਾ ਡੇਲੀ ਮੇਲ ਨੂੰ ਉਹਨੇ ਉਚੇਚੇ ਤੌਰ ਤੇ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੂੰ ਮੈਨੂੰ ਪੈਸੇ ਉਧਾਰ ਦੇ ਸਕਦਾ ਹੈ? ਕਹਿੰਦੇ ਫਿਰ ਮੈਂ 20 ਚੀਜ਼ 버ਗਰ, ਫਰੈਂਚ ਫਰਾਈਜ਼, ਲਗਭਗ 10 ਤੋਂ 15 ਕੋਕ ਦੇ ਆਰਡਰਾਂ ਦਾ ਭੁਗਤਾਨ ਕਰ ਦਿੱਤਾ। ਕਹਿੰਦੇ ਮੈਨੂੰ ਲੱਗਦਾ ਸੀ ਕਿ ਅਮੀਰ ਵਿਅਕਤੀ ਹੈ, ਇਹ ਜ਼ਰੂਰੀ ਨਹੀਂ ਕਿ ਆਪਾਂ ਜਿੱਥੇ ਜਾਂਦੇ ਆ ਉਸ ਵਕਤ ਜਾਂ ਉਸ ਮੁਲਕ ਦੀ ਕਰੰਸੀ ਤੁਹਾਡੀ ਜੇਬ ਵਿੱਚ ਹੋਵੇ। ਕੁਝ ਗਲਤ ਨਹੀਂ ਕੀਤਾ ਟਰੰਪ ਨੇ, ਪਰ ਕਹਿੰਦੇ ਮੈਨੂੰ ਲੱਗਦਾ ਸੀ ਕਿ ਜਦੋਂ ਆਪਣੇ ਟਿਕਾਣੇ ਤੇ ਪਹੁੰਚ, ਜਦੋਂ ਅਸੀਂ ਅਮਰੀਕਾ ਵਾਪਸ ਆ ਜਾਵਾਂਗੇ ਤੇ ਮੈਨੂੰ ਇਹ ਮੇਰੇ ਉਧਾਰ ਕੀਤੇ ਪੈਸੇ ਵਾਪਸ ਕਰੂਗਾ। ਪਰ ਕਹਿੰਦੇ ਸਾਲ ਦੇਖੋ ਕਿੰਨੇ ਲੰਘ ਗਏ, ਮੈਨੂੰ ਇੱਕ ਪੈਨੀ ਭਾਵ ਇੱਕ ਪੈਸਾ ਤੱਕ ਉਹਨੇ ਵਾਪਸ ਨਹੀਂ ਕੀਤਾ। ਉਹ ਕਹਿੰਦੇ ਉਹਦੇ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜਿਹੜੇ ਅਮੀਰ ਲੋਕ ਨੇ, ਖਾਸ ਕਰਕੇ ਜਿਹੜੇ ਨਾਲ ਲੀਡਰ ਹੋਣ, ਇਹਨਾਂ ਦੀ ਜ਼ੁਬਾਨ ਕੋਈ ਨਹੀਂ ਹੁੰਦੀ, ਇਹਨਾਂ ਦੇ ਸ਼ਬਦਾਂ ਦਾ ਮੁੱਲ ਕੋਈ ਨਹੀਂ ਹੁੰਦਾ। ਉਹ ਕਹਿੰਦੇ ਉਸ ਵਕਤ $130 ਮੇਰੀ ਜੇਬ ਚੋਂ ਗਏ। ਕਹਿੰਦੇ ਹੁਣ ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ $130 ਹੀ ਹੈ, ਕਿੱਡੀ ਕੁ ਗੱਲ ਹੈ। ਪਰ ਕਹਿੰਦੇ ਉਸ ਵਕਤ ਜਦੋਂ ਮੈਂ ਟਰੰਪ ਦੇ ਵਾਸਤੇ ਕੰਮ ਕਰਦਾ ਸੀ, ਸਿਰਫ ਟਰੰਪ ਮੈਨੂੰ $2700 ਪ੍ਰਤੀ ਮਹੀਨਾ ਦਿੰਦਾ ਸੀ। ਹੁਣ ਕਹਿੰਦੇ 2700 ਦੇ ਵਿੱਚੋਂ ਮੈਂ ਆਪਣੇ ਘਰ ਦਾ ਖਰਚ, ਪਰਿਵਾਰ ਦਾ ਖਰਚ, ਗਰੋਸਰੀ ਭਾਵ ਖਾਣ ਪੀਣ ਦਾ ਖਰਚ ਕਰਦਾ ਸੀ। ਉਹ ਕਹਿੰਦੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਰਾਸ਼ਟਰਪਤੀ ਤੋਂ ਪੈਸੇ ਮੰਗ ਲੈਣੇ ਚਾਹੀਦੇ ਹੈ। ਕਹਿੰਦੇ ਪਰ ਫਿਰ ਮੈਂ ਸੋਚਦਾ ਰਿਹਾ ਕਿ ਯਾਰ ਮੈਨੂੰ ਮੰਗਣੇ ਨਹੀਂ ਚਾਹੀਦੇ,
ਬੰਦਾ ਅਮੀਰ ਬਹੁਤ ਹੈ, ਬੰਦਾ ਵੱਡਾ ਬਹੁਤ ਹੈ, ਇਹਨੇ ਤਾਂ ਮੈਨੂੰ ਉਹ ਤੇ ਨਾਲ ਹੋਰ ਵੀ ਸ਼ਾਇਦ ਵਾਧੂ ਵੀ ਦੇ ਦੇਵੇ। ਪਰ ਕਹਿੰਦੇ ਫਿਰ ਇਹ ਘਟਨਾ 2008 ਦੀ ਤੇ ਫਿਰ 2012 ਚ ਉਹਨਾਂ ਨੇ ਮੈਨੂੰ ਨੌਕਰੀਓਂ ਕੱਢ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਟਰੰਪ ਦੇ ਨਾਲ ਕੰਮ ਕਰਨਾ ਕੋਈ ਸੁਖਾਲਾ ਨਹੀਂ, ਟਰੰਪ ਦੇ ਨਾਲ ਕੰਮ ਕਰਨਾ ਤਣਾਅ ਨੂੰ ਮੁੱਲ ਖਰੀਦਣ ਦੇ ਬਰਾਬਰ ਸੀ। ਉਹ ਕਹਿੰਦੇ ਮੈਨੂੰ ਆਪਣੇ 23 ਸਾਲ ਦੇ ਵਿਆਹ ਦੇ ਉਸ ਪੀਰੀਅਡ ਦੇ ਦੌਰਾਨ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਸਿਰਫ ਟਰੰਪ ਦੇ ਕਰਕੇ, ਕਿਉਂਕਿ ਮੈਂ ਮਾਨਸਿਕ ਤਣਾਅ ਵਿੱਚ ਬਹੁਤ ਰਹਿੰਦਾ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ ਸਾਬਕਾ ਰਾਸ਼ਟਰਪਤੀ ਬੇਹੱਦ ਮੂੜੀ ਇਨਸਾਨ ਆਲੇ ਦੁਆਲੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਮਿੰਟ ਮਿੰਟ ਪਲ ਪਲ ਤੇ ਘੂਰਨਾ, ਨਾਰਾਜ਼ ਹੋਣਾ ਕਹਿੰਦੇ ਉਹਨਾਂ ਦੇ ਇੱਕ ਸੁਭਾਅ ਦਾ ਹਿੱਸਾ ਹੈ। ਟਰੰਪ ਅਮੀਰਾਂ ਦਾ ਅਮੀਰ, ਆਲੇ ਦੁਆਲੇ ਰਹਿਣ ਵਾਲਾ ਉਹਦਾ ਬਾਡੀਗਾਰਡ। ਜੇ ਹੁਣ ਬਾਡੀਗਾਰਡਾਂ ਨੂੰ ਬੰਦਾ ਤੰਗ ਰੱਖਦਾ, ਪਰੇਸ਼ਾਨ ਰੱਖਦਾ ਤਾਂ ਖਤਰੇ ਤੋਂ ਮੇਰਾ ਖਿਆਲ ਹੈ ਘੱਟ ਨਹੀਂ ਹੈ ਕੰਮ। ਹੁਣ ਤੁਸੀਂ ਦੇਖੋ ਕਿ ਆਮ ਲੋਕ ਨੇ ਆਪਣੇ ਕਾਮਿਆਂ ਨੂੰ ਖੁਸ਼ ਰੱਖਦੇ ਆ, ਤੋਹਫੇ ਦਿੰਦੇ ਆ, ਪਰ ਉਹ ਕਹਿੰਦਾ ਰਾਸ਼ਟਰਪਤੀ ਟਰੰਪ ਨੇ ਕਦੀ ਇੰਜ ਨਹੀਂ ਸੀ ਕੀਤਾ। ਉਹ ਕਹਿੰਦੇ ਅੱਜ ਵੀ ਕਿੰਨੇ ਵਰੇ ਬੀਤ ਚੁੱਕੇ ਨੇ, ਟਰੰਪ ਨੂੰ ਯਾਦ ਹੈ ਜਾਂ ਨਹੀਂ ਯਾਦ, ਪਰ ਮੇਰੀ ਜੇਬ ਦੇ ਉੱਤੇ ਬਹੁਤ ਵੱਡਾ ਵਜ਼ਨ ਸੀ ਉਹ, ਮੁੜ ਕੇ ਅੱਜ ਤੱਕ ਉਹਨਾਂ ਨੇ ਮੇਰੇ ਉਹ ਡਾਲਰ ਮੋੜੇ ਨਹੀਂ। ਹੁਣ ਵੇਖਦੇ ਆ ਕਿ ਆਹ ਖਬਰ ਦੁਨੀਆ ਭਰ ਦੇ ਮੀਡੀਆ 'ਚ ਉਛਲ ਕੇ ਆ ਗਈ ਹੈ ਕਿ ਕੀ ਰਾਸ਼ਟਰਪਤੀ ਟਰੰਪ ਹੁਣ ਉਹਨਾਂ ਨੂੰ ਯਾਦ ਕਰਕੇ ਸੂਦ ਸਮੇਤ ਤਾਂ ਨਹੀਂ, ਵਿਆਜ ਸਮੇਤ ਤਾਂ ਨਹੀਂ, ਘੱਟੋ ਘੱਟ ਜਿਹੜੇ ਕਈ ਵਰੇ ਪਹਿਲਾਂ ਉਹਨਾਂ ਤੋਂ 130 ਡਾਲਰ ਲੈ ਕੇ ਖਰਚੇ ਸੀ ਕਿ ਸ਼ਾਇਦ ਹੁਣ ਵਾਪਸ ਕਰਦੇ ਆ ਜਾਂ ਨਹੀਂ। ਜੇਕਰ ਇਸ ਤਰ੍ਹਾਂ ਦੀ ਖਬਰ ਮਿਲੀ ਤਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਪਰ ਇੱਕ ਖਬਰ ਲਗਭਗ 6 ਮਹੀਨਿਆਂ ਤੋਂ ਲਗਾਤਾਰ ਚਰਚਾ 'ਚ ਤੇ ਉਹਦੀ ਰੋਜ਼ ਅਪਡੇਟ ਆਉਂਦੀ ਹੈ। ਉਹ ਹੈ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਬਣਾਏ ਗਏ 3 ਖੇਤੀ ਸੁਧਾਰ ਨਾਮ ਦੇ ਕਾਨੂੰਨ, ਜਿਨ੍ਹਾਂ ਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਵਿਚੋਲੇ ਖਤਮ ਕਰਨੇ ਨੇ, ਅਸੀਂ ਦਲਾਲ ਖਤਮ ਕਰਨੇ ਨੇ। ਹੁਣ ਗੱਲ ਇੱਥੇ ਤੱਕ ਆ ਗਈ ਹੈ, ਆੜਤੀਆਂ ਨੂੰ ਦਲਾਲ ਕਹਿੰਦੀ ਹੈ, ਆੜਤੀਆਂ ਨੂੰ ਸਰਕਾਰ ਵਿਚੋਲੇ ਕਹਿੰਦੀ ਹੈ। ਉਹ ਕਹਿੰਦੀ ਅਸੀਂ ਵਿਚੋਲੇ ਬਾਹਰ ਕੱਢਣੇ ਆ, ਪਰ ਆਪਦੀ ਵਿਚੋਲਗਿਰੀ ਵਾਲੀ ਖਬਰ ਸਾਹਮਣੇ ਆ ਗਈ ਤੇ ਆਈ ਵੀ ਵੱਡੀ ਹੈ। ਫਰਾਂਸੀਸੀ ਲੜਾਕੂ ਜਹਾਜ਼ ਰਾਫੇਲ ਦੇ ਨਿਰਮਾਤਾ ਦਸਾਲਟ ਨੇ ਭਾਰਤ ਅਤੇ ਫਰਾਂਸ ਵਿਚਾਲੇ 36 ਜਹਾਜ਼ਾਂ ਦਾ ਸੌਦਾ, ਤੁਸੀਂ ਦੇਖੋ ਕਿ ਛੋਟਾ ਸੌਦਾ ਤਾਂ ਹੋਣਾ ਨਹੀਂ, 36 ਜਹਾਜ਼ਾਂ ਦਾ ਸੌਦਾ ਹੋ ਜਾਣ ਤੋਂ ਤੁਰੰਤ ਬਾਅਦ ਭਾਰਤ ਦੇ ਵਿੱਚ ਇੱਕ ਵਿਚੋਲੇ ਨੂੰ 1 ਮਿਲੀਅਨ ਯੂਰੋ ਦਾ ਭੁਗਤਾਨ ਕੀਤਾ ਗਿਆ ਸੀ। ਫਰਾਂਸੀਸੀ ਇੱਕ ਮੀਡੀਆ ਕੰਪਨੀ ਹੈ, ਉਹਨਾਂ ਨੇ ਫਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੇ ਵੱਲੋਂ ਇੱਕ ਜਾਂਚ ਕੀਤੀ ਤੇ ਉਹਨਾਂ ਦੇ ਹਵਾਲੇ ਦੇ ਨਾਲ ਆਹ ਖਬਰ ਮਿਲੀ ਹੈ ਤੇ ਦੋਸ਼ ਲੱਗੇ ਹੈ। ਉਸ ਪੋਰਟਲ ਨੇ ਆਪਣੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਦਲਾਲ ਨੇ ਜਾਂ ਵਿਚੋਲੇ ਤੇ ਭਾਰਤ ਵਿੱਚ ਇੱਕ ਹੋਰ ਰੱਖਿਆ ਸੌਦੇ ਵਿੱਚ ਮਨੀ ਲਾਂਡਰਿੰਗ ਕਰਨ ਦੇ ਵੀ ਦੋਸ਼ ਲੱਗੇ ਨੇ। ਦਸਾਲਟ ਨੇ ਕਥਿਤ ਰੂਪ ਨਾਲ ਦਾਅਵਾ ਕੀਤਾ ਹੈ ਕਿ ਰਕਮ ਦਾ ਇਸਤੇਮਾਲ ਰਾਫੇਲ ਜੈਟ ਦੀਆਂ 50 ਨਕਲਾਂ ਭਾਵ ਮਾਡਲ ਬਣਾਉਣ ਵਾਸਤੇ ਭੁਗਤਾਨ ਕੀਤਾ ਗਿਆ। ਨਾਲ ਜਿਹੜੀ ਅਗਲੀ ਗੱਲ ਆ, ਉਹ ਕਹਿੰਦੇ ਇੰਸਪੈਕਟਰਾਂ ਨੂੰ ਇਹਦੇ ਬਾਰੇ ਕੋਈ ਪਤਾ ਹੀ ਨਹੀਂ, ਇੰਸਪੈਕਟਰਾਂ ਨੂੰ ਕੋਈ ਪ੍ਰਮਾਣ ਪੱਤਰ ਦਿੱਤਾ ਹੀ ਨਹੀਂ ਗਿਆ ਕਿ ਇਸ ਤਰ੍ਹਾਂ ਦੇ ਅਸੀਂ ਮਾਡਲ ਬਣਾਏ ਨੇ ਜਾਂ ਬਣਾਉਣੇ ਨੇ। ਰਿਪੋਰਟ ਦੇ ਮੁਤਾਬਕ ਇਹਨਾਂ ਦੋਸ਼ਾਂ ਨੂੰ ਸਭ ਤੋਂ ਪਹਿਲਾਂ ਫਰਾਂਸੀਸੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਜੋ ਕਿ AFA ਹੈ, ਉਹਨਾਂ ਨੇ ਪ੍ਰਕਾਸ਼ ਵਿੱਚ ਲਿਆਂਦਾ। ਜਦੋਂ ਉਹਨਾਂ ਨੇ ਦਸਾਲਟ ਦਾ ਆਡਿਟ ਕੀਤਾ ਤਾਂ AFA ਦੀ ਰਿਪੋਰਟ ਦੇ ਮੁਤਾਬਕ ਜਦੋਂ ਉਹਨਾਂ ਨੇ 2017 ਦੇ ਖਾਤਿਆਂ ਦੀ ਜਾਂਚ ਕੀਤੀ ਤਾਂ AFA ਦੇ ਇੰਸਪੈਕਟਰਾਂ ਨੂੰ ਕੋਈ ਗੱਲ ਰੜਕੀ ਖੜਕੀ। ਜਦੋਂ ਉਹਨਾਂ ਨੇ ਖਰਚ ਆਈਟਮ ਦਾ ਫਿਰ ਰਿਕਾਰਡ ਫਰੋਲਿਆ ਤੇ ਆ ਦੇਖੀ ਤਾਂ ਸਹੀ ਕੀ ਹੈ, ਫਿਰ 5,08,925 ਯੂਰੋ ਦਰਜ ਦੇਖੇ ਗਏ ਤੇ ਉਹਦੇ ਅੱਗੇ ਉਹਦੀ ਤਰਤੀਬ ਕੀ ਪਾਈ ਸੀ, ਕਲਾਇੰਟ ਤੋਹਫਾ, ਕਿ ਕਲਾਇੰਟ ਨੂੰ ਤੋਹਫਾ ਦਿੱਤਾ ਗਿਆ, ਇਹ ਲਿਖਿਆ ਹੋਇਆ ਸੀ। ਫਰਾਂਸੀਸੀ ਜਾਂਚ ਕੰਪਨੀ ਨੂੰ ਜਾਂ ਜਾਂਚਕਰਤਾਵਾਂ ਨੂੰ ਸੁਸ਼ੇਨ ਗੁਪਤਾ ਦੇ ਵੱਲੋਂ ਸੰਚਾਲਿਤ ਕੀਤੀ ਜਾਣ ਵਾਲੀ ਭਾਰਤੀ ਕੰਪਨੀ ਡੈਫੇਸਿਸ ਸੋਲਿਊਸ਼ਨਜ਼ ਨੇ ਇੱਕ ਇਨਵॉइस ਵੀ ਫਿਰ ਉਪਲਬਧ ਕਰਵਾਈ, ਜਿਸ ਦੇ ਖਿਲਾਫ VVIP ਚੌਪਰਾਂ ਦੀ ਖਰੀਦ ਨਾਲ ਜੁੜੇ ਅਗਸਟਾ ਵੈਸਟਲੈਂਡ ਕੇਸ ਦੇ ਵਿੱਚ CBI ਅਤੇ ED ਤਫਤੀਸ਼ ਕਰ ਰਹੀ ਹੈ। ਡੈਫਿਸਿਟ ਸੋਲਿਊਸ਼ਨਜ਼ ਭਾਰਤ ਵਿੱਚ ਦਸਾਲਟ ਦੀ ਸਬ ਕੰਟਰੈਕਟਰਾਂ ਦੇ ਵਿੱਚੋਂ ਇੱਕ ਕੰਟਰੈਕਟਰ ਹੈ। ਸੁਸ਼ੇਨ ਗੁਪਤਾ ਨੂੰ ਚੌਪਰ ਸੌਦੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸ਼ਾਇਦ ਤੁਹਾਨੂੰ ਯਾਦ ਹੋਵੇ ਸੁਸ਼ੇਨ ਗੁਪਤਾ ਨੂੰ ਬਾਅਦ ਦੇ ਵਿੱਚ ਫਿਰ ਜ਼ਮਾਨਤ ਵੀ ਮਿਲ ਗਈ ਸੀ। AFA ਦੀ ਰਿਪੋਰਟ ਦੇ ਮੁਤਾਬਕ ਦਸਾਲਟ ਨੇ 30 ਮਾਰਚ 2017 ਦੀ ਤਾਰੀਖ ਵਿੱਚ ਡੈਫਿਸਿਟ ਸੋਲਿਊਸ਼ਨ ਦੇ ਵੱਲੋਂ ਜਾਰੀ ਇੱਕ ਇਨਵॉइस ਦੇ ਕੇ ਆਮ ਨਾਲੋਂ ਵੱਡਾ ਤੋਹਫਾ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੋਹਫਾ ਤਾਂ ਹੈ
ਪਰ ਜਿਹੋ ਜਿਹੇ ਆਮ ਦਿੱਤੇ ਜਾਂਦੇ ਨੇ ਉਹਦੇ ਨਾਲੋਂ ਵੱਡਾ ਤੋਹਫਾ ਹੈ। ਭਾਵ ਭ੍ਰਿਸ਼ਟਾਚਾਰ ਨਹੀਂ ਅਸੀਂ ਕੀਤਾ, ਤੋਹਫਾ ਦਿੱਤਾ ਹੈ। ਇਨਵੋਇਸ ਤੋਂ ਲੱਗਦਾ ਹੈ ਕਿ ਡੈਫਿਸਿਟ ਨੂੰ ਮਿਲੀਅਨ ਤੋਂ ਜ਼ਿਆਦਾ ਭਾਵ 10,17,850 ਯੂਰੋ ਦੇ ਇੱਕ ਆਰਡਰ ਦਾ 50% ਅਦਾ ਕੀਤਾ ਗਿਆ, ਜੋ ਰਾਫੇਲ ਜੈਟ ਦੇ 50 ਡੰਮੀ ਮਾਡਲ ਬਣਾਉਣ ਵਾਸਤੇ ਦਿੱਤਾ ਗਿਆ ਸੀ। ਹਰ ਮਾਡਲ ਦੀ ਕੀਮਤ 20,000 ਯੂਰੋ ਤੋਂ ਜ਼ਿਆਦਾ ਰੱਖੀ ਗਈ ਸੀ। ਹੁਣ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਸਾਨੂੰ ਵਿਚੋਲੇ ਨਹੀਂ ਚੰਗੇ ਲੱਗਦੇ, ਅਸੀਂ ਕਿਸਾਨਾਂ ਦੇ ਵਿੱਚੋਂ ਵਿਚੋਲੇ ਖਤਮ ਕਰਨੇ ਚਾਹੁੰਦੇ ਹਾਂ। ਕਿਸਾਨ ਕਹਿੰਦੇ ਵਿਚੋਲੇ ਕਿੱਥੇ ਨੇ? ਇਹ ਤਾਂ ਸਾਡਾ ATM ਹੈ, ਇਹ ਤਾਂ ਸਾਡੀ ਬੈਂਕ ਹੈ, ਇਹ ਤਾਂ ਸਾਡੇ ਚੰਗੇ ਮਾੜੇ ਵੇਲੇ ਦਾ ਪਰਦਾ ਨੇ, ਜਿਹਦੇ ਕਰਕੇ ਅੱਗੇ ਚੱਲ ਕੇ ਤੁਹਾਡੇ ਨਾਲ ਖਬਰ ਵੀ ਸਾਂਝੀ ਕਰਨੀ ਹੈ ਕਿ ਜਿਨ੍ਹਾਂ ਨੂੰ ਵਿਚੋਲੇ ਦੱਸ ਰਹੀ ਹੈ ਸਰਕਾਰ, ਕਿਸਾਨਾਂ ਨੇ ਤੇ ਉਹਨਾਂ ਵਿਚੋਲਿਆਂ ਨੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਵਿਚੋਲੇ ਸਮਝਦੀ ਹੈ, ਪਰ ਕਿਸਾਨ ਉਹਨਾਂ ਨੂੰ ਆਪਣਾ ATM ਤੇ ਬੈਂਕ ਸਮਝਦੇ ਆ। ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੇ ਬਾਘਾ ਪੁਰਾਣਾ ਦੇ ਵਿੱਚ ਅੱਜ ਲਲਕਾਰੀ ਹੈ ਸਰਕਾਰ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦੇ ਸਿੰਗ ਫਸ ਗਏ ਹੈ। ਕਿਸਾਨਾਂ ਤੇ ਆੜ੍ਹਤੀਆਂ ਦੇ ਵਾਸਤੇ ਆਪਣੀ ਪੂਰੀ ਹਮਾਇਤ ਅੱਜ ਫਿਰ ਦੁਹਰਾਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਤੇ ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸੂਬਿਆਂ ਤੇ ਭਾਰੂ ਪੈਣ ਦੀ ਕੋਸ਼ਿਸ਼ ਤਹਿਤ ਉਹਨਾਂ ਦੇ ਹੱਕ ਖੋਣ ਦੀ ਸਖਤ ਆਲੋਚਨਾ ਵੀ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਜ਼ਬਰਦਸਤੀ ਖੇਤੀ ਕਾਨੂੰਨ ਲਾਗੂ ਕਰਨ, ਸੂਬੇ ਦੀ ਕਿਸਾਨੀ ਤੇ ਸਿੱਧੀ ਅਦਾਇਗੀ ਵਰਗੇ ਇੱਕ ਪਾਸੜ ਫੈਸਲੇ ਥੋਪਣ ਵਾਸਤੇ ਅੱਜ ਮੈਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਣਾ। ਕੈਪਟਨ ਨੇ ਕਿਹਾ ਕਿ ਸੂਬਿਆਂ ਨੂੰ ਪਹਿਲਾਂ ਵੀ ਕਦੇ ਵੀ ਅਜਿਹੀਆਂ ਸਮੱਸਿਆ ਦਾ ਸਾਹਮਣਾ ਕਰਨਾ ਹੀ ਨਹੀਂ ਪਿਆ ਅਤੇ ਭਾਰਤ ਸਰਕਾਰ ਸਦੀਆਂ ਤੋਂ ਚੱਲਦੀ ਆ ਰਹੀ ਹੈ ਉਸ ਪ੍ਰਣਾਲੀ ਨੂੰ ਕਥਿਤ ਸੁਧਾਰਾਂ ਜੋ ਕਿ ਸੰਬੰਧਿਤ ਧਿਰਾਂ ਨੂੰ ਭਰੋਸਾ ਲੈ ਤੋਂ ਬਗੈਰ ਥੋਪਿਆ ਜਾ ਰਿਹਾ ਹੈ, ਉਹਦੀ ਆੜ ਦੇ ਵਿੱਚ ਲੈ ਕੇ ਇਹ ਸਦੀਆਂ ਤੋਂ ਚੱਲ ਰਹੀ ਪਰੰਪਰਾ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹ ਕਹਿੰਦੇ ਬੀਤੇ ਘੱਟੋ ਘੱਟ 100 ਵਰਿਆਂ ਤੋਂ ਇਹ ਪ੍ਰਣਾਲੀ ਸੁਚੱਜੇ ਤਰੀਕੇ ਨਾਲ, ਸੁਚਾਰੂ ਤਰੀਕੇ ਨਾਲ ਕੰਮ ਕਰ ਰਹੀ ਹੈ। ਕੈਪਟਨ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਬੰਧ ਅੱਜ ਦੇ ਨਹੀਂ, ਇਹ ਪੁਰਾਣੇ ਨੇ ਤੇ ਚਿਰ ਸਦੀਵੀ ਨੇ, ਜਿਨ੍ਹਾਂ ਨੂੰ ਕੇਂਦਰ ਸਰਕਾਰ ਖਤਮ ਕਰਨ ਤੇ ਬੁਰੀ ਤਰ੍ਹਾਂ ਤੁਲੀ ਹੋਈ ਹੈ। ਉਹਨਾਂ ਭਾਰਤ ਸਰਕਾਰ ਵੱਲੋਂ ਅਪਣਾਏ ਜਾ ਰਹੇ ਕਰੜੇ ਰੁੱਖ ਅਤੇ ਤਰਕਹੀਣ ਫੈਸਲਿਆਂ ਨੂੰ ਸੰਘਵਾਦ ਦੀ ਮੂਲ ਭਾਵਨਾ ਦੇ ਬਿਲਕੁਲ ਖਿਲਾਫ ਦੱਸਿਆ। ਉਹਨਾਂ ਕਿਹਾ ਕਿ ਆਪਣੇ ਪਹਿਲੇ ਕਾਰਜਕਾਲ ਦੌਰਾਨ ਪੰਜਾਬ ਨਾਲ ਕਿਸੇ ਵੀ ਸੰਬੰਧਿਤ ਨੀਤੀਗਤ ਫੈਸਲੇ, ਵਿਕਾਸ ਮੁਖੀ ਮੁੱਦੇ ਸੰਬੰਧੀ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਡਾਕਟਰ ਮਨਮੋਹਨ ਸਿੰਘ ਦਾ ਪੂਰਾ ਵਿਸ਼ਵਾਸ ਅਤੇ ਹਮਾਇਤ ਰਹੀ ਹੈ। ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਕਰਵਾਏ ਜਾ ਰਹੇ ਅਸਲ ਦੇ ਵਿੱਚ 2 ਰੋਜ਼ਾ ਕਿਸਾਨ ਮੇਲੇ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਕਿਸਾਨਾਂ ਦੀ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਮੈਂ ਪੂਰੀ ਤਰ੍ਹਾਂ ਹਮਾਇਤ ਕਰਦਾ ਹਾਂ। ਉਹਨਾਂ ਕਿਹਾ ਕਿ ਕੇਂਦਰ ਨੇ ਜਾਣਬੁੱਝ ਕੇ ਸੂਬਿਆਂ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਲੋਕਤੰਤਰ ਦੇ ਮੁੱਢਲੇ ਢਾਂਚੇ ਨੂੰ ਢਾਹ ਲਾਈ ਹੈ। ਕੈਪਟਨ ਨੇ ਜ਼ੋਰ ਦੇ ਕੇ ਆਖਿਆ ਕਿ ਕੇਂਦਰ ਸਰਕਾਰ ਨੂੰ ਇਹਨਾਂ ਵਿਵਾਦਪੂਰਨ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਸਮੱਸਿਆ ਦਾ ਹੱਲ ਲੱਭਣ ਲਈ ਸੁਹਿਰਦ ਹੁੰਦੀ ਤਾਂ ਉਸ ਵੱਲੋਂ ਜਾਂ ਤਾਂ ਪੰਜਾਬ ਸਰਕਾਰ ਜਾਂ ਫਿਰ ਸੂਬੇ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੁੰਦੀ, ਕਿਉਂਕਿ ਉਹ ਕਹਿੰਦੇ ਇਕੱਲਾ ਪੰਜਾਬ ਹੀ ਹੈ ਜਿਹਨੇ ਕੌਮੀ ਭੰਡਾਰ, ਜਿਹੜਾ ਆਪਾਂ ਅੰਨ ਭੰਡਾਰ ਹੈ, ਉਹਦੇ ਵਿੱਚ 40% ਤੋਂ ਵੱਧ ਅਨਾਜ ਦਾ ਹਿੱਸਾ ਜਾਂ ਯੋਗਦਾਨ ਪਾਇਆ ਤੇ ਪਾਉਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਜੋ ਪਹਿਲੇ ਦਿਨ ਤੋਂ ਖੇਤੀ ਸੁਧਾਰਾਂ ਤੇ ਗੱਲਬਾਤ ਵਿੱਚ ਹਿੱਸਾ ਵੀ ਨਹੀਂ ਸੀ, ਉਸ ਨੂੰ ਉਦੋਂ ਹੀ ਉੱਚ ਤਾਕਤੀ ਕਮੇਟੀ ਦਾ ਹਿੱਸਾ ਬਣਾਇਆ ਗਿਆ ਜਦੋਂ ਉਹਨਾਂ ਨੇ ਕੇਂਦਰ ਨੂੰ ਇੱਕ ਚਿੱਠੀ ਲਿਖੀ। ਕਹਿੰਦੇ ਨਤੀਜਾ ਕੀ ਨਿਕਲਿਆ? ਸਿੱਟੇ ਵਜੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਸਮੇਂ ਦੇ ਸਕੱਤਰ ਜਿਹੜੇ ਖੇਤੀਬਾੜੀ ਦੇ ਸਨ KS ਪੰਨੂ ਨੇ ਇਸ ਮਗਰੋਂ ਹੋਈਆਂ 2 ਮੀਟਿੰਗਾਂ ਵਿੱਚ ਫਿਰ ਹਿੱਸਾ ਲਿਆ, ਪਰ ਇਹਨਾਂ ਵਿੱਚ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦਾ ਕੋਈ ਵੀ ਜ਼ਿਕਰ ਕਹਿੰਦੇ ਨਹੀਂ ਸੀ ਹੋਇਆ। ਫਿਰ ਉਹਨਾਂ ਨੇ ਬਿਜਲੀ ਉਤਪਾਦਨ ਦੇ ਵਾਸਤੇ ਝੋਨੇ ਦੀ ਪਰਾਲੀ ਦੀ ਵੀ ਗੱਲਬਾਤ ਕੀਤੀ। ਉਹ ਕਹਿੰਦੇ ਇਹਦੀ ਵਰਤੋਂ ਲਈ ਇੱਕ ਵਿਹਾਰਕ ਟੈਕਨੋਲੋਜੀ ਦੀ ਵਿਕਸਿਤ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਈਂਧਨ ਦੀ ਵਰਤੋਂ ਲਈ ਇੱਟਾਂ ਦੇ ਉਤਪਾਦਨ ਅਤੇ ਝੋਨੇ ਦੀ ਪਰਾਲੀ ਤੋਂ ਪੈਦਾ ਬਿਜਲੀ, ਉਹਦੇ ਵਾਸਤੇ ਛੋਟੇ-ਛੋਟੇ ਯੂਨਿਟ ਸਥਾਪਿਤ ਕਰਨ ਦੀ ਭਾਵੇਂ ਅਸੀਂ ਸ਼ੁਰੂਆਤ ਤਾਂ ਕਰ ਲਈ ਹੈ, ਪਰ ਇਹਦੇ ਵਾਸਤੇ ਹਾਲੇ ਹੋਰ ਬਹੁਤ ਕੁਝ ਕਰਨਾ ਪਵੇਗਾ। ਹੁਣ ਤੁਸੀਂ ਦੇਖੋ ਕਿ ਉਹ ਇਹ ਸਮਝ ਰਹੇ ਨੇ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਧੱਕਾ ਹੋ ਰਿਹਾ ਕਿਸਾਨਾਂ ਨਾਲ, ਪਰ ਸ਼ਾਇਦ ਕੇਂਦਰ ਸਰਕਾਰ ਨੂੰ ਇਹ ਧੱਕਾ ਨਹੀਂ ਜਾਪਦਾ। ਇਸ ਮਸਲੇ ਦੇ ਉੱਤੇ ਬੀਤੇ ਕੁਝ ਕੁ ਦਿਨਾਂ ਤੋਂ ਕਈ ਚਿੱਠੀਆਂ
ਜਿਵੇਂ ਕਹਿੰਦੇ ਹੁੰਦੇ ਨੇ ਕਿ ਸੁੱਚੇ ਸੂਰਮੇ ਨੂੰ ਨਰੈਣੇ ਨੇ ਚਿੱਠੀ ਲਿਖ ਕੇ ਸੱਦ ਲਿਆ ਸੀ ਨਾ, ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਈ ਚਿੱਠੀਆਂ ਲਿਖ ਦਿੱਤੀਆਂ ਨੇ। ਚਿੱਠੀਆਂ ਕਿਸਾਨੀ ਦੇ ਹੱਕ ਵਿੱਚ ਵੀ ਲਿਖੀਆਂ ਨੇ, ਚਿੱਠੀਆਂ ਆੜ੍ਹਤੀਆਂ ਦੇ ਹੱਕ ਵਿੱਚ ਵੀ ਲਿਖੀਆਂ ਨੇ, ਪਰ ਕੇਂਦਰ ਸਰਕਾਰ ਉਹਨਾਂ ਦੀ ਚਿੱਠੀ ਦਾ ਕੋਈ ਜਵਾਬ ਦਿੰਦਾ ਹੈ ਜਾਂ ਨਹੀਂ। ਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਤੋਂ ਸਮੇਂ ਦੀ ਮੰਗ ਵੀ ਕੀਤੀ ਹੈ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਵੇਖਦੇ ਹਾਂ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਲਾਕਾਤ ਦਾ ਸਮਾਂ ਦਿੰਦੇ ਨੇ ਜਾਂ ਫਿਰ ਨਹੀਂ। ਪਰ ਇੱਕ ਗੱਲ ਸਿੱਧ ਹੋ ਜਾਣੀ ਹੈ, ਜੇ ਉਹ ਚੁਣੇ ਹੋਏ ਮੁੱਖ ਮੰਤਰੀ ਨੂੰ ਸਮਾਂ ਨਹੀਂ ਦਿੰਦੇ ਤਾਂ ਫਿਰ ਉਹ ਬਿਲਕੁਲ ਜੁਮਲਾ ਸੀ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਇੱਕ ਮੈਂ ਫੋਨ ਕਾਲ ਦੀ ਦੂਰੀ ਤੇ ਹਾਂ। ਜੇ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਸੇ ਸੂਬੇ ਦੇ ਪ੍ਰਧਾਨ ਦੀ ਗੱਲ ਕਰੀਏ ਜਿਹਦੇ ਸਿਰ ਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੈ, ਜੇਕਰ ਪ੍ਰਧਾਨ ਮੰਤਰੀ ਉਹਨੂੰ ਮਿਲਣ ਵਾਸਤੇ ਸਮਾਂ ਨਹੀਂ ਕੱਢ ਸਕਦੇ ਤਾਂ ਫਿਰ ਕਿਸਾਨਾਂ ਨੂੰ ਕਿਵੇਂ ਮਿਲਣਗੇ। ਬੀਤੇ ਦਿਨੀ ਇਹਨਾਂ ਕਾਨੂੰਨਾਂ ਦਾ ਦੇਖੋ ਮੁਖਾਲਫਤ ਕਰ ਰਿਹਾ ਕਿਸਾਨ, ਤੇ ਭਾਰਤੀ ਜਨਤਾ ਪਾਰਟੀ ਇਹਨਾਂ ਦੀ ਹਮਾਇਤ ਦੇ ਵਿੱਚ ਹੈ। ਕੁਝ ਕੁ ਦਿਨ ਪਹਿਲਾਂ ਮਲੋਟ ਦੇ ਵਿੱਚ ਅਬੋਹਰ ਦੇ ਵਿਧਾਇਕ ਪਹੁੰਚੇ ਸੀ, ਜਿਹੜੇ ਭਾਜਪਾ ਦੇ ਵਿਧਾਇਕ ਨੇ, ਉੱਥੇ ਕੁੱਟਮਾਰ ਹੋਈ ਸੀ। ਹੁਣ ਮਲੋਟ ਦੇ ਵਿੱਚ ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ਦੇ ਵਿੱਚ ਖਬਰ ਮਿਲੀ ਹੈ ਕਿ ਅੱਜ 5 ਹੋਰ ਕਿਸਾਨਾਂ ਨੇ ਪੁਲਿਸ ਦੇ ਕੋਲ ਆਪਣੀ ਗ੍ਰਿਫਤਾਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਦੱਸਣਾ ਬਣਦਾ ਕਿ ਬੀਤੀ 27 ਮਾਰਚ ਨੂੰ ਮਲੋਟ ਦੇ ਵਿੱਚ ਭਾਜਪਾ ਦੇ ਵਿਧਾਇਕ ਨੇ ਅਰੁਣ ਨਾਰੰਗ, ਉਹਨਾਂ ਦੇ ਕੱਪੜੇ ਪਾੜ ਦਿੱਤੇ ਗਏ ਸੀ, ਮਾਰਕੁੱਟ ਹੋਈ ਸੀ। ਤੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀਆਂ ਦੇ ਵਾਸਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਦੇ ਉਲਟ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਐਕਸ਼ਨ ਦੇ ਵਿੱਚ ਸ਼ਾਮਲ ਕਿਸਾਨਾਂ ਨੂੰ ਖੁਦ ਹੀ ਪੁਲਿਸ ਕੋਲ ਪੇਸ਼ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਕਿ ਪੁਲਿਸ ਨਜਾਇਜ਼ ਲੋਕਾਂ ਨੂੰ, ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ। ਕਿਉਂਕਿ ਖਬਰਾਂ ਮਿਲੀਆਂ ਸਨ ਕਿ 75 80 ਵਰ੍ਹਿਆਂ ਦੇ ਬਜ਼ੁਰਗਾਂ ਨੂੰ, ਜਿਹੜੇ ਸ਼ੂਗਰ ਦੇ ਵੀ ਮਰੀਜ਼, ਜਿਨ੍ਹਾਂ ਦੇ ਤਾਜ਼ਾ ਅੱਖਾਂ ਦੇ ਆਪਰੇਸ਼ਨ, ਉਹਨਾਂ ਨੂੰ ਵੀ ਚੁੱਕ ਲਿਆਈ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਇਹ ਤਾਂ ਉਸ ਦਿਨ ਉੱਥੇ ਹੀ ਹਨ ਨਹੀਂ, ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਸ਼ੂਗਰ ਦੇ ਮਰੀਜ਼ ਨੇ, ਇਹਨਾਂ ਦੀ ਦਵਾਈ ਤਾਂ ਸਾਨੂੰ ਪੁੱਜਦੀ ਕਰ ਲੈਣ ਦਿਓ, ਪਰ ਨਹੀਂ ਸੀ ਮੰਨੇ। ਕਈ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਸੀ। ਇਸੇ ਕਰਕੇ ਫਿਰ ਇੱਕ ਮਤਾ ਪਕਾਇਆ ਗਿਆ ਕਿ ਆਪਾਂ ਆਪਣੀਆਂ ਗ੍ਰਿਫਤਾਰੀਆਂ ਖੁਦ ਦਈਏ ਤਾਂ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਤਹਿਤ 21 ਕਿਸਾਨਾਂ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕੀਤਾ, ਜਿਸ ਨਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ 4 ਕਿਸਾਨਾਂ ਦੇ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਗਿਣਤੀ 25 ਸੀ। ਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਹੇਠ 5 ਹੋਰ ਕਿਸਾਨ, ਜਿਨ੍ਹਾਂ ਵਿੱਚ ਲਖਣਪਾਲ ਸ਼ਰਮਾ ਆਲਮਵਾਲਾ, ਕੁਲਵਿੰਦਰ ਸਿੰਘ ਦਾਨੇਵਾਲਾ, ਕੁਲਦੀਪ ਸਿੰਘ ਈਨਾ ਖੇੜਾ ਤੋਂ ਇਲਾਵਾ ਜਸਮੇਲ ਸਿੰਘ ਅਤੇ ਸੰਦੀਪ ਸਿੰਘ ਨੇ ਖੁਦ ਨੂੰ ਪੁਲਿਸ ਸਾਹਮਣੇ ਪੇਸ਼ ਕਰ ਦਿੱਤਾ। ਤੇ ਇਸ ਮੌਕੇ ਜਦੋਂ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਉਹਨਾਂ ਦੇ ਸਮਰਥਨ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ, ਜਿਨ੍ਹਾਂ ਨੇ ਗ੍ਰਿਫਤਾਰੀਆਂ ਦੇਣ ਗਏ ਕਿਸਾਨਾਂ ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰੇ ਮਾਰੇ। ਉਹਨਾਂ ਆਖਿਆ ਕਿ ਜੇਕਰ ਇਸ ਤੋਂ ਬਾਅਦ ਵੀ ਪੁਲਿਸ ਵੱਲੋਂ ਫਿਰ ਤੰਗ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ, ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਜਾਂ ਕਿਸਾਨਾਂ ਨੂੰ ਫਿਰ ਛਾਪੇਮਾਰੀ ਕਰਕੇ ਚੁੱਕਿਆ ਗਿਆ ਇਸ ਮਾਮਲੇ ਦੇ ਵਿੱਚ, ਤਾਂ ਫਿਰ ਕਿਸਾਨ ਯੂਨੀਅਨ ਪੁਲਿਸ ਦਾ ਤਿੱਖਾ ਵਿਰੋਧ ਕਰੇਗੀ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। ਤੇ ਆਓ ਅਗਲੀ ਖਬਰ ਵੱਲ ਚੱਲੀਏ। ਮੁਖਤਾਰ ਅੰਸਾਰੀ ਬੀਤੇ ਕਈਆਂ ਦਿਨਾਂ ਤੋਂ ਚਰਚਾ 'ਚ ਹੈ, ਕਿਉਂਕਿ ਸੁਪਰੀਮ ਕੋਰਟ ਨੇ ਆਖ ਦਿੱਤਾ ਸੀ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਯੂਪੀ ਹਵਾਲੇ ਕਰ ਦਿਓ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਚਿੱਠੀ ਲਿਖ ਕੇ ਯੂਪੀ ਸਰਕਾਰ ਨੂੰ ਆਖ ਦਿੱਤਾ ਕਿ 8 ਅਪ੍ਰੈਲ ਤੋਂ ਪਹਿਲਾਂ ਅਸੀਂ ਤੁਹਾਡੇ ਹਵਾਲੇ ਕਰ ਦਿਆਂਗੇ। ਇਸ ਖਬਰ ਤੋਂ ਬਾਅਦ ਇੱਕ ਜਾਣਕਾਰੀ ਮਿਲੀ ਕਿ ਜਿਹੜੀ ਐਂਬੂਲੈਂਸ ਚਰਚਾ ਵਿੱਚ ਆਈ ਹੈ ਉਹ ਤਾਂ ਲਾਵਾਰਸ ਖੜੀ ਹੈ। ਇਹ ਜਿਹੜੀ ਲਾਵਾਰਸ ਐਂਬੂਲੈਂਸ ਹੁਣ ਬਰਾਮਦ ਕਰ ਲਈ ਗਈ ਹੈ। ਇਸ ਐਂਬੂਲੈਂਸ ਨੂੰ ਲੈ ਕੇ ਹੁਣ ਯੂਪੀ ਦੇ ਜ਼ਿਲ੍ਹਾ ਬਾਰਾਬੰਕੀ ਦੀ ਸਿੱਟ ਆਈ ਹੈ ਤੇ ਉਹ ਰੂਪਨਗਰ ਦੇ ਥਾਣਾ ਸਦਰ ਦੇ ਵਿੱਚ ਪਹੁੰਚ ਗਈ ਤੇ ਉਸ ਦੇ ਵੱਲੋਂ ਐਂਬੂਲੈਂਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਚੈਸੀ ਨੰਬਰ, ਇੰਜਣ ਨੰਬਰ ਉਹ ਟਰੇਸ ਕੀਤਾ ਜਾ ਰਿਹਾ ਹੈ ਕਿ ਆਖਰ ਇਹ ਆਈ ਕਿੱਥੋਂ, ਕਿਹਦੇ ਨਾਮ ਤੇ ਰਜਿਸਟਰਡ, ਇੱਥੇ ਕਿਵੇਂ ਪਹੁੰਚ ਗਈ ਤੇ ਇੱਥੇ ਚੱਲ ਕਿਵੇਂ ਰਹੀ ਸੀ। ਦੱਸਣਾ ਬਣਦਾ ਕਿ ਇਹ ਉਹੀ ਐਂਬੂਲੈਂਸ ਹੈ ਜਿਸ ਨੂੰ 31 ਮਾਰਚ ਨੂੰ ਬਾਹੂਬਲੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ੀ ਵੇਲੇ ਵਰਤਿਆ ਗਿਆ ਸੀ, ਜਿਸ ਦੇ ਬਾਅਦ ਇਹ ਐਂਬੂਲੈਂਸ ਵਿਵਾਦਾਂ ਵਿੱਚ ਆਈ ਤੇ ਬੀਤੀ ਰਾਤ ਇਹ ਐਂਬੂਲੈਂਸ ਰੋਪੜ ਨੰਗਲ ਊਨਾ ਮਾਰਗ ਉੱਤੇ ਪਿੰਡ ਖਵਾਸਪੁਰਾ ਦੇ ਨਜ਼ਦੀਕ ਇੱਕ ਢਾਬਾ ਹੈ
ਨਾਨਕ ਢਾਬੇ ਦੇ ਸਾਹਮਣੇ ਲਾਵਾਰਸ ਹਾਲਤ ਵਿੱਚ ਖੜੀ ਸੀ, ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਦੇ ਵੱਲੋਂ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਹਦੀ ਜਾਂਚ ਚੱਲ ਰਹੀ ਹੈ। ਜਦੋਂ ਮੀਡੀਆ ਦੇ ਵਿੱਚ ਇਹ ਖਬਰਾਂ ਨਸ਼ਰ ਹੋ ਗਈਆਂ, ਉਹਦੇ ਤੋਂ ਬਾਅਦ ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਇੱਕ ਸੈੱਟ ਆਈ ਹੈ, ਇੱਕ ਟੀਮ ਆਈ ਹੈ, ਜਿਹੜੀ ਹੁਣ ਕਹਿੰਦੇ ਅਸੀਂ ਡੂੰਘਾਈ ਨਾਲ ਇਹਦੀ ਜਾਂਚ ਕਰਾਂਗੇ। ਪੁਲਿਸ ਦੇ ਵੱਲੋਂ ਐਂਬੂਲੈਂਸ ਦੀ ਚੈਸੀ ਨੰਬਰ, ਇੰਜਨ ਨੰਬਰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਆਖਰ ਇਹ ਕਿਹਦੀ ਹੈ, ਇਹ ਕਿੱਥੋਂ ਆਈ ਹੈ। ਪਰ ਹੈਰਾਨੀ ਦੀ ਹੱਦ ਹੈ। ਤੁਸੀਂ ਦੇਖੋ ਕਿ ਕਿੰਨਿਆਂ ਵਰਿਆਂ ਦੀ ਇਹ ਐਂਬੂਲੈਂਸ ਦੌੜ ਰਹੀ ਹੈ, ਐਂਬੂਲੈਂਸ ਬਣ ਕੇ ਦੌੜ ਰਹੀ ਹੈ। ਯੂਪੀ ਦੀ ਇਹਦੇ ਉੱਤੇ ਨੰਬਰ ਪਲੇਟ ਲੱਗੀ ਹੋਈ ਹੈ, ਬਾਰਾਬੰਕੀ ਜ਼ਿਲ੍ਹੇ ਵਿੱਚ ਰਜਿਸਟਰਡ ਹੋਈ ਹੈ, ਹਸਪਤਾਲ ਦਾ ਬਕਾਇਦਾ ਨਾਂ ਲਿਖਿਆ ਹੋਇਆ ਹੈ, ਪਰ ਨਾ ਉੱਥੇ ਹਸਪਤਾਲ, ਨਾ ਉਹ ਪਤਾ ਹੈ। ਬਾਅਦ ਦੇ ਵਿੱਚ ਡਾਕਟਰ ਅਲਕਾ ਰਾਏ ਨੇ ਆਖਿਆ ਸੀ ਕਿ ਇਹ ਤਾਂ ਫਰਜ਼ੀ ਵੋਟਰ ਆਈਡੀ ਦੇ ਕੇ ਰਜਿਸਟਰਡ ਹੋਈ ਹੈ, ਉਹਦੇ ਉੱਤੇ 420 ਦਾ ਮੁਕੱਦਮਾ ਵੀ ਦਰਜ ਹੋ ਗਿਆ। ਪਰ ਕਮਾਲ ਆ, ਜਿਹਨੂੰ ਬਾਹੂਬਲੀ ਆਖਿਆ ਜਾਂਦਾ, ਵੱਡਾ ਗੈਂਗਸਟਰ ਹੈ, ਉਹਦੀ ਪੇਸ਼ੀ ਵੇਲੇ ਇਸ ਐਂਬੂਲੈਂਸ ਨੂੰ ਵਰਤਣਾ ਪੰਜਾਬ ਪ੍ਰਸ਼ਾਸਨ ਦੇ ਉੱਤੇ, ਪੰਜਾਬ ਪੁਲਿਸ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਜਿਸ ਦੀ 2017 ਤੋਂ ਬਾਅਦ ਕੋਈ ਇੰਸ਼ੋਰੈਂਸ ਨਹੀਂ, ਕਿਤੇ ਰਜਿਸਟ੍ਰੇਸ਼ਨ ਨਹੀਂ, ਤੇ ਉਹ ਸੜਕ ਤੇ ਕਿਵੇਂ ਦੌੜ ਰਹੀ ਸੀ। ਕੀ ਪੰਜਾਬ ਦੇ ਵਿੱਚ ਕੋਈ ਐਂਬੂਲੈਂਸ ਨਹੀਂ ਸੀ? ਬਹੁਤ ਵੱਡੇ ਸਵਾਲ ਨਹੀਂ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚੋਂ ਨਿਕਲ ਕੇ ਹੋਰ ਸਾਹਮਣੇ ਕੀ ਆਉਂਦਾ। ਬੀਤੇ ਦਿਨ ਹੀ ਖਬਰਾਂ ਮਿਲੀਆਂ ਸੀ ਕਿ ਕੋਵਿਡ-19 ਦੇ ਸ਼ਿਕਾਰ ਹੋ ਗਏ ਨੇ ਜੋਗਿੰਦਰ ਸਿੰਘ ਉਗਰਾਹਾਂ। ਹੁਣ ਕਰੋਨਾ ਨੂੰ ਉਹਨਾਂ ਨੇ ਮਾਤ ਦੇ ਦਿੱਤੀ ਹੈ। ਬੀਤੇ ਦਿਨੀ ਉਹਨਾਂ ਨੇ ਦੱਸ ਦਿੱਤਾ ਸੀ ਕਿ ਮੈਂ ਤੰਦਰੁਸਤ ਹਾਂ, ਤੇ ਕੁਝ ਦਿਨ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਮੈਂ ਆਪਣੇ ਮਿੱਤਰ ਦੇ ਘਰ ਵਿੱਚ ਆਰਾਮ ਫਰਮਾਵਾਂਗਾ, ਮੈਨੂੰ ਨਾ ਕੋਈ ਮੀਡੀਆ ਵਾਲਾ ਤੇ ਕੋਈ ਹੋਰ ਨਾ ਸੰਪਰਕ ਨਾ ਕਰੇ, ਕਿਉਂਕਿ ਮੈਂ ਤੰਦਰੁਸਤ ਹੋ ਕੇ ਦੁਬਾਰਾ ਮੋਰਚੇ ਤੇ ਪਰਤਾਂਗਾ। ਅੱਜ ਟਿਕਰੀ ਸਰਹੱਦ ਤੇ ਪਹੁੰਚੇ। ਸਿਰਫ ਸਰਹੱਦ ਤੇ ਹੀ ਨਹੀਂ ਪਹੁੰਚੇ, ਸਟੇਜ ਤੋਂ ਉਹਨਾਂ ਨੇ ਸੰਬੋਧਨ ਵੀ ਕੀਤਾ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ, ਲਾਭ ਪਹੁੰਚਾਉਣ ਦੇ ਵਾਸਤੇ FCI ਦਾ ਭੋਗ ਵੀ ਪਾਉਣਾ ਚਾਹੁੰਦੀ ਹੈ, ਤਾਂ ਜੋ ਕਿਸੇ ਵੀ ਕੀਮਤ ਤੇ ਅਸੀਂ ਇਹਦਾ ਭੋਗ ਪਾ ਦਈਏ, FCI ਦੇ ਨਿਯਮਾਂ ਦੇ ਵਿੱਚ ਤਬਦੀਲੀਆਂ ਕਰ ਦਈਏ। ਪਰ ਉਹਨਾਂ ਮੰਗ ਕੀਤੀ ਕਿ ਦੇਖੋ, ਜਿਹੜੇ ਸਿੱਧੇ ਬੈਂਕ ਦੇ ਵਿੱਚ ਜਿਹੜੀ ਕਹਿੰਦੇ ਆ ਅਦਾਇਗੀ ਕਰਨੀ ਆ, ਇਹਦਾ ਪ੍ਰਬੰਧ ਹਾਲ ਦੀ ਘੜੀ ਕੇਂਦਰ ਸਰਕਾਰ ਵਾਪਸ ਲਵੇ। ਫਸਲ ਦੇ ਕਾਸ਼ਤਕਾਰ ਨੂੰ ਸਿੱਧੀ ਅਦਾਇਗੀ ਨਹੀਂ, ਜਿਸ ਤਰੀਕੇ ਨਾਲ ਪਹਿਲਾਂ ਆੜ੍ਹਤੀਆਂ ਦੇ ਰਾਹੀਂ ਅਦਾਇਗੀ ਹੁੰਦੀ ਸੀ, ਉਸੇ ਤਰੀਕੇ ਨਾਲ ਅਦਾਇਗੀ ਹੋਵੇ। ਉਹਨਾਂ ਇਹ ਵੀ ਆਖਿਆ ਕਿ ਤੈਅ ਕੀਮਤ ਜਿਹੜੀ MSP ਹੈ, ਸਾਰੀਆਂ ਫਸਲਾਂ ਦੀ ਗਰੰਟੀ ਮਿਲੇ, ਤੇ ਨਾਲ ਕਣਕ ਖਰੀਦਣ ਦੀ ਜਿਹੜੀਆਂ ਸਖਤ ਸ਼ਰਤਾਂ ਲਾ ਦਿੱਤੀਆਂ ਗਈਆਂ ਨੇ, ਉਹ ਤੁਰੰਤ ਸਰਕਾਰ ਵਾਪਸ ਕਰੇ। ਅੱਜ ਉਹਨਾਂ ਨੇ ਉਚੇਚੇ ਤੌਰ ਤੇ ਇੱਕ ਵਾਰ ਫਿਰ ਤੋਂ ਟਿਕਰੀ ਸਰਹੱਦ ਤੇ ਜਾ ਕੇ ਮੋਰਚੇ ਦੀ ਕਮਾਂਡ ਸੰਭਾਲ ਲਈ ਹੈ ਅਤੇ ਆ ਸਿੱਧੀ ਅਦਾਇਗੀ ਵਾਲੇ ਮਾਮਲੇ ਦੇ ਵਿੱਚ ਮੋਰਚੇ ਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਤੋਂ ਆ ਮੰਗਾਂ ਕੀਤੀਆਂ। ਤੇ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਰਾਫੇਲ ਸੌਦੇ ਦੇ ਵਿੱਚ ਕਿੰਨੀ ਵੱਡੀ ਦਲਾਲੀ ਦਿੱਤੀ ਗਈ, ਤੇ ਦੂਸਰੇ ਪਾਸੇ ਆੜ੍ਹਤੀਆਂ ਨੂੰ ਦਲਾਲ ਕਹਿ ਕੇ ਉਹਨਾਂ ਨੂੰ ਬੇਰੁਜ਼ਗਾਰ, ਪੱਲੇਦਾਰਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਕੋਸ਼ਿਸ਼ਾਂ ਅਤੇ ਚੱਲ ਰਹੀ ਖਰੀਦ ਪ੍ਰਣਾਲੀ ਦਾ ਲੱਕ ਤੋੜਨ ਦੀਆਂ ਕੋਸ਼ਿਸ਼ਾਂ ਨੇ। ਇਸੇ ਮਕਸਦ ਨੂੰ ਲੈ ਕੇ ਬਾਘਾ ਪੁਰਾਣਾ ਦੀ ਅਨਾਜ ਮੰਡੀ ਦੇ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵਿਜੇ ਕਾਲੜਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਦੀ ਅਗਵਾਈ ਦੇ ਹੇਠ ਮੰਡੀ ਬਚਾਓ ਮਹਾ ਸੰਮੇਲਨ ਹੋਇਆ। ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਆੜ੍ਹਤੀਏ ਪਹੁੰਚੇ ਹੋਏ ਸੀ, ਮਨੀਬ ਪਹੁੰਚੇ ਹੋਏ ਸੀ, ਪੱਲੇਦਾਰ ਪਹੁੰਚੇ ਹੋਏ ਸੀ, ਕਿਸਾਨ ਪਹੁੰਚੇ ਹੋਏ ਸੀ, ਕਿਸਾਨ ਆਗੂ ਪਹੁੰਚੇ ਹੋਏ ਸੀ। ਉਹਨਾਂ ਨੇ ਭਾਰੀ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆੜ੍ਹਤੀਆ ਵਰਗ ਪਹਿਲਾਂ ਹੀ ਸਰਕਾਰ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਨਾ, ਉਹਨਾਂ ਦੇ ਕਾਰਨ ਇੱਕ ਆਰਥਿਕ ਤਬਾਹੀ ਦੇ ਬਿਲਕੁਲ ਕਿਨਾਰੇ ਤੇ ਪੁੱਜਿਆ ਹੋਇਆ, ਤੇ ਹੁਣ ਉਸ ਨੂੰ ਆ ਸਿੱਧੀ ਅਦਾਇਗੀ ਵਾਲਾ ਫਰਮਾਨ ਸੁਣਾ ਕੇ ਸਰਕਾਰ ਇੱਕ ਵਾਰੀ ਹੋਰ ਵੱਡੀ ਮਾਰ ਮਾਰਨਾ ਚਾਹੁੰਦੀ ਹੈ, ਤੇ ਇਹ ਮਾਰ ਸਹਿਣੀ ਨਾ ਪੈ ਜਾਏ ਕਿਤੇ। ਇਸ ਕਰਕੇ ਉਹ ਕਹਿੰਦੇ ਕਿਸਾਨ ਭਾਈਚਾਰੇ ਨਾਲ ਬਹੁਤ ਪੁਰਾਣੇ ਰਿਸ਼ਤੇ ਆ ਸਾਡੇ, ਉਹਨਾਂ ਵਿੱਚ ਤਰੇੜਾਂ ਪੈ ਜਾਣਗੀਆਂ ਜੇਕਰ ਸਰਕਾਰ ਨੇ ਆਹ ਕੰਮ ਕੀਤਾ। ਇਸ ਮਹਾ ਸੰਮੇਲਨ ਦੇ ਵਿੱਚ ਪਹੁੰਚੇ ਹੋਏ ਸਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਜਨੀਤਿਕ ਵਿਸ਼ਲੇਸ਼ਕ ਪ੍ਰੋਫੈਸਰ ਮਨਜੀਤ ਸਿੰਘ, ਨਿਰਭੈ ਸਿੰਘ ਢੁੱਡੀਕੇ, ਗੁਰਨਾਮ ਸਿੰਘ ਚੜੂਨੀ, ਸਤਨਾਮ ਸਿੰਘ ਅਜਲਾਲਾ, ਸੇਵਾ ਮੁਕਤ DC SR ਲੱਦੜ। ਇਹ ਸਾਰਿਆਂ ਨੇ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ, ਉਹਨਾਂ ਦੀ ਕਰੜੀ ਨਿੰਦਿਆ ਕੀਤੀ ਅਤੇ ਨਾਲ ਹੀ ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਚਾਲਾਂ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਉਹਨਾਂ ਕਿਹਾ ਕਿ ਇੱਕ ਜੁੱਟਤਾ ਦੇ ਕਾਰਨ ਮੋਦੀ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਰ ਹੋ ਸਕਦੀਆਂ ਨੇ।
ਡਾਕਟਰ ਸਤਨਾਮ ਸਿੰਘ ਨੇ ਕਿਹਾ ਕਿ ਕਿਸਾਨੀ ਅਤੇ ਹੋਰਨਾਂ ਧਿਰਾਂ ਦੇ ਵੱਲੋਂ ਇਹ ਵਿੱਢਿਆ ਮੋਰਚਾ ਲੰਬਾ ਹੋ ਕੇ ਹੋਰ ਜਵਾਨ ਹੋ ਰਿਹਾ ਹੈ, ਜੋ ਕਿ ਸਾਰਥਿਕ ਪੁਲਾਂਘ ਪੁੱਟ ਰਿਹਾ ਹੈ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਆ, ਬੇਸ਼ੱਕ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਦੇਣਾ ਚਾਹੁੰਦੀ ਹੈ, ਪਰ ਇਹ ਚੇਤੇ ਰੱਖੇ ਕਿ ਇਹਦੇ ਨਾਲ ਭਾਰਤ ਵਿੱਚ ਅੰਨ ਸੰਕਟ ਪੈਦਾ ਹੋਣ ਤੋਂ ਬਚਿਆ ਨਹੀਂ ਜਾ ਸਕਦਾ। ਉਹ ਕਹਿੰਦੇ ਇੱਕ ਲੰਬਾ ਸਮਾਂ ਹੋ ਗਿਆ, ਕਿਸਾਨ ਤਾਂ ਸਰਹੱਦਾਂ ਤੇ ਬੈਠਾ ਹੈ, ਅੰਨ ਅਨਾਜ ਪੈਦਾ ਕਰਨਾ ਫਿਰ ਕਿਹਨਾਂ ਨੇ ਹੈ। ਉਹ ਕਹਿੰਦੇ ਮੋਦੀ ਸਰਕਾਰ ਹੁਣ ਮੁਲਕ ਵੇਚ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਕਾਹਲੀ ਕਰ ਰਹੀ ਹੈ। ਇਸੇ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ 44 ਕਾਨੂੰਨ ਸੀ, 44 ਕਾਨੂੰਨਾਂ ਨੂੰ ਨਿਚੋੜ ਕੇ ਕੇਂਦਰ ਨੇ 4 ਬਣਾ ਦਿੱਤੇ ਹੈ ਅਤੇ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਗਿਣੀ ਮਿਥੀ ਇੱਕ ਸੋਚੀ ਸਮਝੀ ਚਾਲ ਹੈ। ਦੋਸਤੋ ਕਹਿੰਦੇ ਇਕਜੁੱਟ ਤੇ ਇਕਮੁੱਠ ਰਹਿਣਾ ਪਏਗਾ ਜੇਕਰ ਸਰਕਾਰ ਦੀ ਇਹ ਚਾਲ ਨੂੰ ਭਾਜ ਦੇਣੀ ਹੈ। ਤੇ ਦੂਸਰੇ ਪਾਸੇ ਕਿਸਾਨ ਆਗੂ ਰਾਕੇਸ਼ ਟਕੈਤ ਉਹ ਗੁਜਰਾਤ ਪਹੁੰਚੇ ਹੋਏ ਨੇ। ਰਾਕੇਸ਼ ਟਕੈਤ ਨੇ ਗੁਜਰਾਤ ਦੇ ਵਿੱਚ ਕਿਸਾਨ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਸਰਕਾਰ ਨੂੰ ਧਮਕੀ ਦਿੱਤੀ ਹੈ। ਉਹ ਕਹਿੰਦੇ ਗੁਜਰਾਤ ਦੀ ਰਾਜਧਾਨੀ ਦਾ ਅਸੀਂ ਘਿਰਾਓ ਕਰਨ ਦਾ ਹੁਣ ਸਮਾਂ ਆ ਗਿਆ ਤੇ ਕਰਾਂਗੇ, ਤੇ ਜੇਕਰ ਕਹਿੰਦੇ ਲੋੜ ਪਈ ਤਾਂ ਅਸੀਂ ਬੈਰੀਕੇਡ ਵੀ ਤੋੜਾਂਗੇ। ਸਾਬਰਮਤੀ ਆਸ਼ਰਮ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਟਕੈਤ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਕਿਸਾਨ ਖੁਸ਼ਖਸ਼ ਕੋਈ ਨਹੀਂ ਅਤੇ ਪੀੜਤ ਨੇ ਉਹ। ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਸੈਂਕੜੇ ਕਿਸਾਨ ਨੇ ਜਿਹੜੇ ਬੀਤੇ ਵਰੇ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਹਾਲੇ ਵੀ ਡੇਰੇ ਲਾਈ ਬੈਠੇ ਨੇ। ਉਹ ਗੁਜਰਾਤ ਦੇ ਆ ਕਹਿੰਦੇ। ਉਹਨਾਂ ਵਿੱਚ ਉਹਨਾਂ ਮੰਗ ਕੀਤੀ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ, ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇ ਦੇਵੇ। ਟਕੈਤ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਦੇ ਵਾਸਤੇ 2 ਦਿਨਾਂ ਦਾ ਗੁਜਰਾਤ ਦੌਰਾ ਰੱਖਿਆ ਸੀ। ਟਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨਾਲ ਆਸ਼ਰਮ ਦੇ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ। ਟਕੈਤ ਨੇ ਕਿਹਾ ਕਿ ਇੱਥੇ ਅੰਦੋਲਨ ਨਾ ਹੋਣ ਦੇ ਕਾਰਨ ਕਿਸਾਨ ਪੀੜਤ ਨੇ। ਕਿਸਾਨਾਂ ਨੂੰ ਕਹਿੰਦੇ ਸਰਕਾਰ ਦੇ ਵੱਲੋਂ ਇਹ ਕਹਿਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਹ ਕਹੋ ਕਿ ਅਸੀਂ ਖੁਸ਼ ਹਾਂ, ਇਹ ਕਹੋ ਕਿ ਅਸੀਂ ਲਾਭ ਕਮਾ ਰਹੇ ਹਾਂ। ਉਹ ਕਹਿੰਦੇ ਭਾਈ ਜੇ ਗੁਜਰਾਤ ਦਾ ਕਿਸਾਨ ਖੁਸ਼ ਹੈ, ਇਹ ਲਾਭ ਵੀ ਕਮਾ ਰਿਹਾ ਹੈ, ਇਹ ਮੁਨਾਫਾ ਕਮਾ ਰਿਹਾ ਹੈ, ਤਾਂ ਫਿਰ ਬਾਕੀ ਕਿਸਾਨਾਂ ਨੂੰ ਵੀ, ਬਾਕੀ ਸੂਬਿਆਂ ਨੂੰ ਵੀ ਉਹ ਤਕਨੀਕ ਦੇ ਦਿਓ ਜਿਹੜੀ ਤੁਸੀਂ ਗੁਜਰਾਤ ਦੇ ਕਿਸਾਨਾਂ ਨੂੰ ਦਿੱਤੀ ਹੋਈ ਆ, ਜਿਹਨਾਂ ਨਾਲ ਉਹਨਾਂ ਨੂੰ ਲਾਭ ਵੀ ਮਿਲ ਰਿਹਾ ਹੈ। ਉਹ ਜੇ ਤਕਨੀਕ ਕਹਿੰਦੇ ਬਾਕੀ ਭਾਰਤ ਦੇ ਕਿਸਾਨਾਂ ਨੂੰ ਦੇ ਦਿਓਗੇ, ਉਹਨਾਂ ਨੂੰ ਵੀ ਮੁਨਾਫਾ ਹੋਊ, ਉਹਨਾਂ ਦੀ ਵੀ ਮਦਦ ਹੋਊ। ਉਹਨਾਂ ਦਾਅਵਾ ਕੀਤਾ ਕਿ ਕਿਸਾਨ 3 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਉੱਥੇ ਆਲੂ ਵੇਚਣ ਵਾਸਤੇ ਮਜਬੂਰ ਹੋਇਆ ਬੈਠਾ ਹੈ। ਤੇ ਗੁਜਰਾਤ ਲਈ ਭਾਵੀ ਯੋਜਨਾ ਬਾਰੇ ਪੁੱਛਣ ਤੇ ਟਕੈਤ ਨੇ ਕਿਹਾ ਕਿ ਇਹ ਕਿਸਾਨਾਂ ਨੂੰ ਖੁਸ਼ ਕਰਨ ਲਈ, ਪਰ ਕਿਸਾਨਾਂ ਦੇ ਮਰ ਚੋਂ ਡਰ ਕੱਢਣ ਵਾਸਤੇ ਅਸੀਂ ਆਏ ਹਾਂ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਕੀ ਭਾਰਤ ਦਾ ਕਿਸਾਨ ਇਸ ਵਕਤ ਦਿੱਲੀ ਦੀਆਂ ਸਰਹੱਦਾਂ ਤੇ ਬੈਠਾ। ਤੁਸੀਂ ਵੀ ਇਸ ਅੰਦੋਲਨ ਦੇ ਵਿੱਚ ਕੁੱਦੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਣਸ ਦਾ ਮੁੱਲ ਤੁਹਾਨੂੰ ਜਿਹੜਾ ਮਿਲਣਾ ਚਾਹੀਦਾ ਉਹ ਮਿਲੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਖੁਦਕੁਸ਼ੀਆਂ ਕਰਨ ਤੋਂ ਰੁਕੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਬਾਕੀ ਉਦਯੋਗ ਦੇ ਵਾਂਗ ਜਿਸ ਤਰ੍ਹਾਂ ਬਾਕੀ ਲੋਕ ਵੱਧ ਫੁੱਲ ਰਹੇ ਨੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸਾਨੀ ਵਧੇ ਫੁੱਲੇ ਤਾਂ ਇਸ ਅੰਦੋਲਨ ਦਾ ਹਿੱਸਾ ਬਣੋ। ਤੇ ਅਗਲੀ ਖਬਰ, ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹਾਲੇ ਵੀ ਨਹੀਂ ਮੰਨਦੇ, ਪੰਜਾਬ ਸਰਕਾਰ ਹਾਲੇ ਵੀ ਨਹੀਂ ਮੰਨਦੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਭਰਮਾਰ ਹੈ। ਕਿਹੜਾ ਦਿਨ ਜਾਂਦਾ ਹੈ ਜਿਸ ਦਿਨ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਆਉਂਦੀ ਕਿ ਕੋਈ ਓਵਰਡੋਜ਼ ਨਾਲ ਅਕਾਲ ਚਲਾਣਾ ਕਰ ਗਿਆ, ਜਾਂ ਕਦੇ ਇਸ ਤਰ੍ਹਾਂ ਦੀ ਖਬਰ ਨਹੀਂ ਆਉਂਦੀ ਕਿ ਕਰੋੜਾਂ ਦਾ ਨਸ਼ਾ ਫੜਿਆ ਗਿਆ। ਖਬਰ ਮਿਲੀ ਹੈ ਕਿ ਜਗਰਾਉਂ ਦੇ ਨੇੜਲੇ ਪਿੰਡ ਚੀਮਨਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ ਤੇ 2 ਸਾਥੀਆਂ ਦੀ ਹਾਲਤ ਗੰਭੀਰ ਹੈ, ਬੇਸੁੱਧ ਨੇ, ਪਤਾ ਕੋਈ ਨਹੀਂ। ਥਾਣਾ ਸਦਰ ਦੇ ਪਿੰਡ ਸੰਗਤਪੁਰਾ ਦੇ ਅਮਨਦੀਪ ਸਿੰਘ, ਪਿੰਡ ਚੀਮਨਾ ਦੇ 2 ਨੌਜਵਾਨ ਗੁਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਨੂੰ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਦੇ ਕਾਰਨ ਗੰਭੀਰ ਹਾਲਤ ਵਿੱਚ ਪਹਿਲਾਂ ਸਿੱਧਵਾਂ-ਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਬਾਅਦ ਵਿੱਚ ਉਹਨਾਂ ਨੂੰ ਜਗਰਾਉਂ ਸਿਵਲ ਹਸਪਤਾਲ ਉੱਥੋਂ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਬਲਵੀਰ ਸਿੰਘ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ। ਦੱਸਣਾ ਬਣਦਾ ਕਿ ਨਸ਼ਿਆਂ ਦੇ ਰਾਹ ਪਏ ਇਹਨਾਂ ਨੌਜਵਾਨਾਂ ਦੀ ਉਮਰ 25-25 ਵਰੇ ਹੈ। ਸਿੱਧਵਾਂ-ਵੇਟ ਹਸਪਤਾਲ ਦੇ ਅਮਲੇ ਨੇ ਦੱਸਿਆ ਕਿ ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਜਦੋਂ ਹਸਪਤਾਲ ਦੇ ਵਿੱਚ ਲਿਆਂਦੇ, ਤਿੰਨਾਂ ਨੂੰ ਸੁਰਤ ਕੋਈ ਨਹੀਂ ਸੀ, ਪਰ ਉਹਨਾਂ ਦੇ ਵਿੱਚੋਂ ਬਲਵੀਰ ਸਿੰਘ ਅਕਾਲ ਚਲਾਣਾ ਕਰ ਚੁੱਕਿਆ ਸੀ ਅਤੇ ਦੂਸਰੇ ਬੇਸੁੱਧ ਸਨ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਦੱਸੋ ਕਿਵੇਂ ਕਹਿ ਦਿਓ, ਕਿਵੇਂ ਕਹਿ ਦਈਏ, ਕਿਵੇਂ ਮੰਨ ਲਈਏ ਕਿ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜ ਦਿੱਤਾ? ਨਸ਼ਿਆਂ ਦਾ ਲੱਕ ਤਾਂ ਨਹੀਂ ਟੁੱਟਿਆ, ਆ ਮਾਪਿਆਂ ਦਾ ਲੱਕ ਜ਼ਰੂਰ ਟੁੱਟ ਰਿਹਾ ਹੈ। ਨਾਲੇ ਪੁੱਤ ਜਾਂਦਾ ਹੈ ਤੇ ਨਾਲੇ ਧਨ ਜਾਂਦਾ ਹੈ। ਹੁਣ ਕੋਈ ਨਸ਼ਾ ਸਸਤਾ ਤੇ ਹੈ ਨਹੀਂ। ਜਿੰਨਾ ਮਰਜ਼ੀ ਕੋਈ ਵਿਅਕਤੀ ਅਮੀਰ ਹੋਵੇ, ਘਰ ਉਜੜ ਜਾਂਦਾ ਤੇ ਘਰ ਉਜਾੜ ਦਿੱਤਾ ਜਾਂਦਾ ਹੈ। ਹੁਣ ਇੱਕ ਪਹਿਲਾਂ ਪੁੱਤ ਨੇ ਨਸ਼ੇ ਖਾ ਕੇ ਘਰ ਦਾ ਉਜਾੜਾ ਕੀਤਾ ਹੋਣਾ, ਤੇ ਅੱਜ ਜਦੋਂ 25 ਵਰ੍ਹਿਆਂ ਦੇ ਨੌਜਵਾਨ ਪੁੱਤ ਦੀ ਅਰਥੀ ਬਾਪ ਦੇ ਮੋਢਿਆਂ ਤੇ ਜਾਣੀ ਹੈ, ਤੁਸੀਂ ਮਹਿਸੂਸ ਕਰਕੇ ਦੇਖੋ ਕਿ ਕਲੇਜਾ ਕਿਵੇਂ ਫਟਦਾ ਹੋਵੇਗਾ, ਕਿਵੇਂ ਇੱਕ ਬਾਪ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੰਦਾ ਹੋਵੇਗਾ। ਵੀਰਿਆਂ ਨੂੰ ਜਿਹੜੇ ਨੌਜਵਾਨ ਇਸ ਦਹਲੀਜ਼ ਤੇ ਨੇ, ਇਸ ਉਮਰ ਦੇ ਵਿੱਚ ਨੇ, ਹੱਥ ਬੰਨ੍ਹ ਕੇ ਬੇਨਤੀ ਉਹ ਕਰ ਸਕਦੇ ਹਾਂ, ਆਪਣੇ ਬਾਰੇ ਸੋਚੋ, ਆਪਣੀ ਜਵਾਨੀ ਬਾਰੇ ਸੋਚੋ, ਆਪਣੇ ਬੁੱਢੇ ਹੋ ਰਹੇ ਮਾਪਿਆਂ ਬਾਰੇ ਸੋਚੋ, ਤੇ ਇਸ ਪੰਜਾਬ ਦੇ ਬਾਰੇ ਸੋਚੋ ਕਿ ਤੁਹਾਡੇ ਤੇ ਆਸਾਂ ਨੇ। ਕਿਸੇ ਮੁਲਕ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉੱਥੋਂ ਦੀ ਜਵਾਨੀ ਦਾ ਤੇ ਉੱਥੋਂ ਦੀ ਕਿਸਾਨੀ ਦਾ ਹੋਇਆ ਕਰਦਾ ਹੈ। ਪਰ ਜੇਕਰ ਕਿਸਾਨ ਨੂੰ ਤੰਗ ਕੀਤਾ ਪਿਆ, ਜਵਾਨ ਨਸ਼ਿਆਂ ਦੇ ਰਾਹ ਤੋੜ ਦਿੱਤਾ ਗਿਆ ਹੈ, ਫਿਰ ਮੁਲਕ ਦਾ ਰੱਬ ਰੱਖਾ ਹੈ। ਅਗਲੀ ਖਬਰ ਕਿਸਾਨੀ ਅੰਦੋਲਨ ਤੋਂ ਮਿਲੀ ਹੈ ਤੇ ਮਾੜੀ ਮਿਲੀ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਹੁਣ ਤੱਕ 350 ਤੋਂ ਜਾਨਾਂ ਕੁਰਬਾਨ ਹੋਈਆਂ ਨੇ। ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਮਿਲ ਗਈ ਹੈ ਕਿ ਇੱਕ ਕਿਸਾਨ ਬਿਮਾਰ ਹੋਏ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਕਿਸਾਨ ਗੁਰਬਚਨ ਸਿੰਘ ਤੇ ਉਹਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ 2 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਪਿੰਡ ਦੇ ਜਥੇ ਦੇ ਨਾਲ ਦਿੱਲੀ ਮੋਰਚੇ ਤੇ ਗਏ ਤੇ 31 ਮਾਰਚ ਨੂੰ ਸਿਹਤ ਵਿਗੜੀ। ਉਹਨਾਂ ਨੂੰ ਪਿੰਡ ਲਿਆਂਦਾ ਗਿਆ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਹ ਸਿਹਤਯਾਬ ਹੋ ਨਹੀਂ ਸਕੇ ਤੇ ਉਹਨਾਂ ਦਾ ਬੀਤੀ ਕੱਲ੍ਹ ਦੇਹਾਂਤ ਹੋ ਗਿਆ। ਦੱਸਣਾ ਬਣਦਾ ਹੈ ਕਿ ਇਹਨਾਂ ਦੇ ਪੁੱਤਰ ਦੀ 15 ਵਰ੍ਹੇ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਦੇ ਵਿੱਚ ਵਿਧਵਾ ਨੂੰਹ ਹੈ, 2 ਪੋਤਰੇ ਨੇ, ਤੇ ਉਹਨਾਂ ਨੂੰ ਛੱਡ ਕੇ ਹੁਣ ਇਹ ਵੀ ਕਿਸਾਨੀ ਸੰਘਰਸ਼ ਦੇ ਲੇਖੇ ਆਪਣੀ ਜਿੰਦ ਲਾ ਗਏ ਆ। ਅੱਜ ਤੱਕ ਜਿੰਨੀਆਂ ਵੀ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ ਨੇ, ਅਸੀਂ ਆਪਣੇ ਅਦਾਰੇ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ। ਜਿੱਥੇ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ, ਉੱਥੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ, ਅਤੇ ਨਾਲ ਹੀ ਦਾਤਿਆ ਸਰਕਾਰ ਨੂੰ ਸਮੱਤ ਬਖਸ਼। ਕਿਸਾਨ ਆ ਕੇ ਆਪਣੀ ਹਾੜੀ ਦੀ ਫਸਲ ਵੀ ਕਿਉਂਟਣ, ਘਰੇਲੂ ਜ਼ਿੰਮੇਵਾਰੀਆਂ ਵੀ ਨਿਭਾਉਣ, ਅਤੇ ਜਿਹੜੇ ਤਿੰਨੇ ਖੇਤੀ ਕਾਨੂੰਨ, ਭਾਵੇਂ ਸੁਧਾਰ ਕਾਨੂੰਨ ਕਹਿੰਦੀ ਹੈ ਸਰਕਾਰ, ਜਿਨ੍ਹਾਂ ਵਾਸਤੇ ਬਣਾਇਆ ਉਹਨਾਂ ਨੂੰ ਇਹ ਚਾਹੀਦੇ ਨਹੀਂ। ਸੋ ਇਸ ਕਰਕੇ ਸਰਕਾਰ ਜੀ, ਕਿਸਾਨਾਂ ਦੀ ਗੱਲ ਮੰਨੋ, ਕਾਨੂੰਨ ਰੱਦ ਕਰ ਦਿਓ। ਇਹ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਅਤੇ ਮੁਲਕ ਦੀ ਇਕੋਨਮੀ ਦੇ ਵਿੱਚ ਆ ਕੇ, ਮੁਲਕ ਦੇ ਅੰਨ ਭੰਡਾਰ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਉਣ। ਸੋ ਇਹ ਸਨ ਅੱਜ ਦੀਆਂ ਖਬਰਾਂ, ਵਿਸਥਾਰ ਤੇ ਕੁਝ ਟਿੱਪਣੀਆਂ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੈ, ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।